ਹੈਲੋ ਸਟੂਡੈਂਟਸ, ਹਾਊ ਆਰ ਯੂ। ਕੱਲ ਦੇਰ ਰਾਤ ਜਦੋਂ ਮੈਂ 1:30 ਵਜੇ ਆਪਣੀ ਆਖਰੀ ਵੀਡੀਓ ਪਾ ਕੇ ਸੌਣ ਲੱਗਾ ਸੀ ਤੇ ਨਾਲ ਹੀ ਇੱਕ ਮੈਸੇਜ ਮੈਨੂੰ ਆ ਗਿਆ ਜਿਹੜਾ ਬੜਾ ਪਿਆਰ ਭਰਿਆ ਸੀ ਕਿ ਸਰ ਤੁਸੀਂ ਦੂਸਰੀ ਕਲਾਸ ਦੀਆਂ ਵੀਡੀਓਜ਼ ਪਾਉਂਦੇ ਰਹਿੰਦੇ ਹੋ, 7th ਦੀਆਂ ਪਾਉਂਦੇ ਨਹੀਂ। ਵੈਸੇ ਅੱਜ ਪਲਾਨਡ ਸੀ +2 ਦਾ ਲੈਸਨ ਕਿ ਅੱਜ ਮੈਂ +2 ਦਾ ਲੈਸਨ ਰਿਕਾਰਡ ਕਰਾਂਗਾ, ਪਰ ਉਸ ਮੈਸੇਜ ਕਰਕੇ ਅੱਜ ਮੈਂ 7th ਦਾ ਲੈਸਨ ਰਿਕਾਰਡ ਕਰ ਰਿਹਾ। ਮਾਊਂਟੇਨੀਅਰਸ। ਓਕੇ, ਮਾਊਂਟੇਨੀਅਰਸ ਕੀ ਹੁੰਦੇ ਨੇ? ਪਰਬਤ ਚੜਨ ਵਾਲੇ, ਜਿਹਨੂੰ ਕਹਿੰਦੇ ਨੇ ਪਰਬਤ ਆਰੋਹੀ। ਪਰਬਤ ਤੇ ਚੜਨ ਵਾਲੇ, ਪਹਾੜ ਚੜਨ ਵਾਲੇ। ਸੋ ਪਹਾੜ ਚੜਨ ਦਾ ਕ੍ਰੇਜ਼ ਸਾਡੇ ਸਾਰਿਆਂ 'ਚ ਹੁੰਦਾ, ਖਾਸ ਕਰਕੇ ਸਟੂਡੈਂਟ ਲਾਈਫ ਵਿੱਚ ਅਸੀਂ ਬੜਾ ਇਸ ਨੂੰ ਐਡਵੈਂਚਰਸ ਮੰਨਦੇ ਹਾਂ, ਰੋਮਾਂਚਕ ਮੰਨਦੇ ਹਾਂ ਕਿ ਅਸੀਂ ਪਹਾੜ ਚੜ੍ਹਨੇ ਹਨ। ਠੀਕ, ਪਰ ਕਿਸੇ ਵੀ ਟਾਰਗੇਟ ਤੱਕ ਪਹੁੰਚਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਆਓ ਅਸੀਂ ਜਾਣਦੇ ਹਾਂ ਕਿ ਇਹੋ ਜਿਹੇ ਕਿਹੜੇ ਮਾਊਂਟੇਨੀਅਰ ਸਨ ਜਿਨ੍ਹਾਂ ਨੇ ਇਸ ਫੀਲਡ 'ਚ ਆਪਣਾ ਨਾਮ ਬਣਾਇਆ ਤੇ ਉਹਨਾਂ ਦੇ ਦਰਪੇਸ਼ ਕਿਹੋ ਜਿਹੀਆਂ ਮੁਸ਼ਕਲਾਂ ਆਈਆਂ, ਆਪਾਂ ਇਸ ਲੈਸਨ ਵਿੱਚ ਪੜਾਂਗੇ। ਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਕੁਝ ਪ੍ਰੀ ਰੀਡਿੰਗ ਕਰਾਂਗੇ, ਯਾਨੀ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਇਹੋ ਜਿਹੇ ਵਰਡਸ ਦੇਖਾਂਗੇ, ਉਹਨਾਂ ਦੀ ਪ੍ਰੋਨਾਂਸੀਏਸ਼ਨ ਦੇਖਾਂਗੇ ਤੇ ਉਹਨਾਂ ਦੇ मीनिंग ਦੇਖਾਂਗੇ। ਓਕੇ, ਸਭ ਤੋਂ ਪਹਿਲਾਂ ਸੀ ਲੈਵਲ। ਸੀ ਲੈਵਲ ਹੁੰਦਾ ਸਮੁੰਦਰ ਦਾ ਸਤਰ, ਯਾਨੀ ਸਮੁੰਦਰ ਦਾ ਲੈਵਲ। ਅਚੀਵਮੈਂਟ, ਪ੍ਰਾਪਤੀ। ਫੀਟ ਹੁੰਦਾ ਕਰਤੱਵ, ਕਮਾਲ ਜਾਂ ਕੋਈ ਸਾਹਸ ਭਰਿਆ ਕੰਮ। ਠੀਕ ਹੈ, ਐਡਵੈਂਚਰਸ ਕੰਮ ਉਹਨੂੰ ਕਹਿੰਦੇ ਨੇ ਫੀਟ। ਪਰ ਇਹਦੀ ਸਪੈਲਿੰਗ FEET ਨਹੀਂ ਹੈ, ਇਹਦੇ ਸਪੈਲਿੰਗ ਕੀ ਨੇ? FEAT। ਜੇ FEET ਹੁੰਦਾ ਫਿਰ ਉਹਦਾ ਮਤਲਬ ਹੋਣਾ ਸੀ ਪੈਰ, ਬਹੁਵਚਨ। ਠੀਕ ਹੈ, ਪਲੂਰਲ। ਕਲਾਈਂਬਰ, ਚੜਨ ਵਾਲਾ। ਮਾਊਂਟੇਨੀਅਰ, ਪਰਬਤ ਆਰੋਹੀ। ਸਮਿਟ ਤੋਂ ਭਾਵ ਪਰਬਤ ਦੀ ਚੋਟੀ। ਜੇ ਇਹ ਵਰਬ ਦੇ ਰੂਪ ਵਿੱਚ ਆਵੇ ਤਾਂ ਉਹਦਾ ਮਤਲਬ ਹੋਗਾ ਪਰਬਤ ਦੀ ਚੋਟੀ ਨੂੰ ਸਰ ਕਰਨਾ, ਯਾਨੀ ਉੱਤੇ ਚੜਨਾ। ਸਕੇਲ ਦਾ ਮਤਲਬ ਪੈਮਾਨਾ, ਤੇ ਕਿਉਂਕਿ ਇਹ ਲੈਸਨ ਮਾਊਂਟੇਨੀਅਰ ਹੈ ਤੇ ਹੋ ਸਕਦਾ ਹੈ ਇਹਦੇ ਵਿੱਚ ਇਹਦਾ ਮਤਲਬ ਹੋਵੇ ਚੋਟੀ ਤੇ ਚੜਨਾ। ਫੈਲੀਸੀਟੇਟਡ ਹੁੰਦਾ ਹੈ ਸਨਮਾਨਿਤ ਕਰਨਾ ਜਾਂ ਸਨਮਾਨਿਤ ਕੀਤਾ। ਡੈਡੀਕੇਟਡ ਹੁੰਦਾ ਹੈ ਸਮਰਪਿਤ। ਟਰੈਕ ਹੁੰਦੀ ਯਾਤਰਾ। ਐਕਲਾਈਮੇਟਾਈਜੇਸ਼ਨ ਹੁੰਦਾ ਕਿਸੇ ਚੀਜ਼ ਦਾ ਅਭਿਆਸ ਹੋ ਜਾਣਾ, ਕਿਸੇ ਦੇ ਯੂਜ਼ਡ ਟੂ ਹੋ ਜਾਣਾ, ਉਹਦੇ ਅਨੁਸਾਰ ਹੋ ਜਾਣਾ, ਉਹਦੇ ਅਨੁਕੂਲ ਹੋ ਜਾਣਾ। ਠੀਕ। ਸਟਾਰਵਡ ਭੁੱਖੇ ਮਰਨਾ। ਡਿਟਰ ਹੁੰਦਾ ਰੋਕਣਾ। ਐਡਵੈਂਚਰਸ ਰੋਮਾਂਚਕ। ਓਕੇ, ਲੈਟ ਅਸ ਰੀਡ ਦ ਚੈਪਟਰ। ਮਾਊਂਟ ਐਵਰੈਸਟ ਇਜ਼ ਦ ਹਾਈਐਸਟ ਪੁਆਇੰਟ ਔਨ ਦ ਪਲੈਨਟ। ਇਸ ਗ੍ਰਹਿ ਦਾ ਸਭ ਤੋਂ ਉੱਚਾ ਪੁਆਇੰਟ ਮਾਊਂਟ ਐਵਰੈਸਟ ਹੈ। ਐਟ 29,028 feet above sea level, ਜੋ ਕਿ ਸੀ ਲੈਵਲ ਤੋਂ, ਸਮੁੰਦਰ ਦੇ ਤਲ ਤੋਂ 29,028 ਫੁੱਟ ਉੱਪਰ ਹੈ। ਫॉर many people, ਕਾਫੀ ਲੋਕਾਂ ਲਈ ਰੀਚਿੰਗ ਮਾਊਂਟ ਐਵਰੈਸਟ ਪੀਕ, ਮਾਊਂਟ ਐਵਰੈਸਟ ਦੀ ਚੋਟੀ ਤੇ ਪਹੁੰਚਣਾ, ਪੀਕ ਹੁੰਦਾ ਚੋਟੀ, is a once in a lifetime achievement, ਜ਼ਿੰਦਗੀ ਵਿੱਚ ਇੱਕ ਵਾਰ ਹੋਣ ਵਾਲੀ ਪ੍ਰਾਪਤੀ ਹੈ। This kind of feat requires huge funds, ਇਹੋ ਜਿਹੇ ਕਰਤੱਵ, ਇਹੋ ਜਿਹੇ ਸਾਹਸਿਕ ਕੰਮ ਕਰਨ ਲਈ ਬਹੁਤ ਜ਼ਿਆਦਾ ਪੈਸੇ ਦੀ ਲੋੜ ਪੈਂਦੀ ਹੈ। ਵੈਰੀ ਟਫ ਟ੍ਰੇਨਿੰਗ, ਅਤੇ ਕਾਫੀ ਕਠੋਰ ਟ੍ਰੇਨਿੰਗ ਦੀ, ਐਂਡ ਵੈਰੀ ਗੁੱਡ ਲੱਕ, ਅਤੇ ਬਹੁਤ ਜ਼ਿਆਦਾ ਕਿਸਮਤ ਦੀ। The first people to stand on the top of Everest were a local climber Tenzing Norgay and Sir Edmund Hillary, a mountaineer from New Zealand in 1953. ਐਵਰੈਸਟ ਦੇ ਸਿਖਰ ਤੇ ਪਹੁੰਚਣ ਵਾਲੇ ਪਹਿਲੇ ਲੋਕ ਇੱਕ ਤਾਂ ਸੀ ਟੈਂਜ਼ਿੰਗ ਨੋਰਗੇ ਜੋ ਕਿ ਉੱਥੋਂ ਦਾ ਲੋਕਲ ਸੀ, ਅਤੇ ਦੂਜੇ ਸਨ ਸਰ ਐਡਮੰਡ ਹਿਲੇਰੀ ਜੋ ਇੱਕ ਪਰਬਤਰੋਹੀ ਸਨ ਨਿਊਜ਼ੀਲੈਂਡ ਤੋਂ। ਇਹਨਾਂ ਨੇ ਇਹ ਚੋਟੀ 1953 ਵਿੱਚ ਸਰ ਕੀਤੀ। ਸਿੰਸ ਦੈਨ, ਉਦੋਂ ਤੋਂ a lot of people have achieved this feat, ਕਈ ਲੋਕ ਇਹ ਕਰਤੱਵ ਕਰ ਚੁੱਕੇ ਹਨ। Some of them are from India too, ਉਹਨਾਂ ਵਿੱਚੋਂ ਕੁਝ ਇੰਡੀਆ ਦੇ ਵੀ ਹਨ। The first Indian to summit Mount Everest was Captain Avatar Singh Cheema, 1933 to 1989 on May 20, 1965। Mount Everest ਨੂੰ ਸਰ ਕਰਨ ਵਾਲੇ ਪਹਿਲੇ ਭਾਰਤੀ ਕੈਪਟਨ ਅਵਤਾਰ ਸਿੰਘ ਚੀਮਾ, ਜਿਨ੍ਹਾਂ ਦਾ ਜਨਮ 1933 ਈਸਵੀ ਵਿੱਚ ਹੋਇਆ ਅਤੇ ਜਿਨ੍ਹਾਂ ਦਾ ਦੇਹਾਂਤ 1999 ਈਸਵੀ ਵਿੱਚ ਹੋਇਆ, ਉਹਨਾਂ ਨੇ ਮਾਊਂਟ ਐਵਰੈਸਟ ਮਈ 20, 1965 ਵਿੱਚ ਸਰ ਕੀਤੀ। He was a captain in the 7th BN Parachute Regiment at that time। ਉਹ ਉਸ ਸਮੇਂ 7th BN Parachute Regiment ਦੇ ਕੈਪਟਨ ਸਨ। Later he was promoted to the post of a colonel। ਬਾਅਦ ਵਿੱਚ ਉਹਨਾਂ ਦੀ ਤਰੱਕੀ ਕਰਨਲ ਦੀ ਪੋਸਟ ਤੇ ਹੋ ਗਈ। He was also the 16th person in the world to scale the
peak। ਉਹ ਇਸ ਚੋਟੀ ਤੇ ਚੜਨ ਵਾਲੇ ਦੁਨੀਆ ਦੇ 16ਵੇਂ ਵਿਅਕਤੀ ਵੀ ਸਨ। He was a part of a third Indian expedition led by Commander MS Kohli and others। ਉਹ ਤੀਜੇ ਭਾਰਤੀ ਅਭਿਆਨ ਦਾ ਹਿੱਸਾ ਵੀ ਸਨ ਜੋ ਅਭਿਆਨ ਕਮਾਂਡਰ MS ਕੋਹਲੀ ਅਤੇ ਹੋਰ ਦੇ ਅੰਡਰ ਗਿਆ ਸੀ। ਕਿਹੜਾ ਅਭਿਆਨ? ਪਰਵਤ ਤੇ ਚੜਨ ਦਾ। ਕੋਹਲੀ was an officer in the Indo-Tibetan border police। ਕੋਹਲੀ ਇੰਡੋ ਤਿਬਤੀਅਨ ਸਰਹੱਦੀ ਪੁਲਿਸ ਦੇ ਇੱਕ ਅਫਸਰ ਵੀ ਸਨ। Both ਚੀਮਾ and ਕੋਹਲੀ were felicitated by the Indian government with Arjun Award। ਚੀਮਾ ਅਤੇ ਕੋਹਲੀ ਦੋਨਾਂ ਨੂੰ ਭਾਰਤ ਸਰਕਾਰ ਵੱਲੋਂ ਅਰਜੁਨ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। They also received Padma Shri and Padma Bhushan respectively। respectively ਹੁੰਦਾ ਕਰਮਵਾਰ। ਸੋ ਉਹਨਾਂ ਨੂੰ ਪਦਮ ਸ਼੍ਰੀ ਅਤੇ ਪਦਮ ਭੂਸ਼ਣ ਵੀ ਮਿਲਿਆ। ਕੋਹਲੀ was also given ਨਿਸ਼ਾਨੇ ਖਾਲਸਾ by the ਪੰਜਾਬ ਗਵਰਨਮੈਂਟ। ਕੋਹਲੀ ਨੂੰ ਪੰਜਾਬ ਸਰਕਾਰ ਦੁਆਰਾ ਨਿਸ਼ਾਨੇ ਖਾਲਸਾ ਦਾ ਸਨਮਾਨ ਵੀ ਦਿੱਤਾ ਗਿਆ। A postage stamp was dedicated to the success of the 1965 Everest expedition। ਇੱਕ ਡਾਕ ਟਿਕਟ 1965 ਦੇ ਐਵਰੈਸਟ ਅਭਿਆਨ ਦੀ ਕਾਮਯਾਬੀ ਨੂੰ ਸਮਰਪਿਤ ਕੀਤੀ ਗਈ। Climbing Everest peak is not for untrained mountaineers। ਐਵਰੈਸਟ ਦੀ ਚੋਟੀ ਤੇ ਚੜਨਾ ਅਣਸਿੱਖਿਅਕ ਪਰਵਤ ਰੋਹੀਆਂ ਦਾ ਕੰਮ ਨਹੀਂ ਹੈ। It is extremely dangerous। ਇਹ ਬੇਹੱਦ ਖਤਰਨਾਕ ਹੈ। The trek to the summit। ਟਰੈਕ ਹੁੰਦੀ ਯਾਤਰਾ ਤੇ summit peak of Everest ਯਾਨੀ ਉਹਦੀ ਚੋਟੀ। ਸੋ ਐਵਰੈਸਟ ਦੀ ਚੋਟੀ ਦੀ ਯਾਤਰਾ takes months of physical training। ਇਹ ਕਈ ਮਹੀਨਿਆਂ ਦੀ ਸਰੀਰਕ ਸਿਖਲਾਈ ਮੰਗਦੀ ਹੈ and weeks of acclimatization and adjusting to the physical condition। acclimatization ਕਿਉਂਕਿ ਪਹਿਲਾਂ ਦੱਸਿਆ ਸੀ ਕਿ ਅਭਿਆਸ ਕਿਸ ਚੀਜ਼ ਦਾ ਅਭਿਆਸ? ਉਹ ਜੇ ਵਾਤਾਵਰਣ ਦੇ ਵਿੱਚ ਅਨੁਕੂਲਿਤ ਹੋਣ ਦਾ ਅਭਿਆਸ, ਉਹ ਜੇ ਵਾਤਾਵਰਣ ਲਈ used to ਹੋਣ ਦਾ ਅਭਿਆਸ। ਓਕੇ, ਉਹਨੂੰ ਕਹਿੰਦੇ ਨੇ acclimatization। ਸੋ ਪਕੜਾ ਨਵਾਂ ਲਫ਼ਜ਼ ਸਿੱਖਿਆ acclimatization। ਓਕੇ, ਮੈਂ ਇਹਨੂੰ 3 ਵਾਰ ਬੋਲਦਾ ਤਾਂ ਕਿ ਤੁਹਾਨੂੰ ਇਹਨੂੰ ਬੋਲਣ ਦੀ ਪ੍ਰੈਕਟਿਸ ਹੋ ਜਾਏ। ਮੇਰੇ ਨਾਲ ਬੋਲਣ ਦੀ ਕੋਸ਼ਿਸ਼ ਕਰਨਾ, ਠੀਕ? acclimatization, acclimatization, acclimatization। okay, climbers need to get used to the oxygen starved heights of the mountain। oxygen starved heights, ਵੈਸੇ starved ਦਾ ਮਤਲਬ ਹੁੰਦਾ ਭੁੱਖੇ ਮਰਨਾ, ਪਰ ਇੱਥੇ ਕਿਹੜੀ ਚੀਜ਼ ਦੀ ਭੁੱਖ ਲੱਗਦੀ ਹੈ? ਆਕਸੀਜਨ ਦੀ। ਜਦੋਂ ਆਕਸੀਜਨ ਨਾ ਮਿਲੇ ਫਿਰ ਅਸੀਂ ਮਰਦੇ ਹੋਈਏ ਉਹਨੂੰ ਕਹਿੰਦੇ ਆ ਆਕਸੀਜਨ starved। ਠੀਕ ਹੈ, ਵੀ ਆਕਸੀਜਨ ਦੀ ਅਣਹੋਂਦ ਵਿੱਚ ਭੁੱਖੇ ਮਰਨਾ। ਸੋ ਆਜੋ ਹੁਣ ਆਪਾਂ ਇਹ ਲਾਈਨ ਦੇਖਦੇ ਹਾਂ। climbers need to get used to the oxygen starved heights of the mountain। ਪਹਾੜ ਚੜ੍ਹਨ ਵਾਲਿਆਂ ਨੂੰ ਇਸ ਪਹਾੜ ਦੀਆਂ ਉਚਾਈਆਂ ਤੇ ਆਕਸੀਜਨ ਦੀ ਘਾਟ ਲਈ ਵੀ used to ਹੋਣਾ ਪੈਂਦਾ ਹੈ, ਯਾਨੀ ਅਨੁਕੂਲਿਤ ਹੋਣਾ ਪੈਂਦਾ ਹੈ। The route between 26,000 and 29,020 feet is called the death zone। ਸਮੁੰਦਰ ਦੇ ਤਲ ਤੋਂ 26,000 ਫੀਟ ਤੋਂ ਲੈ ਕੇ 29,020 ਫੀਟ ਤੱਕ ਦਾ ਜੋ ਰਸਤਾ ਹੈ ਉਸ ਨੂੰ ਮੌਤ ਦਾ ਖੇਤਰ ਕਿਹਾ ਜਾਂਦਾ ਹੈ, ਡੈਥ ਜ਼ੋਨ। ਐਟ ਦਿਸ ਹਾਈਟ, ਇਸ ਉਚਾਈ ਤੇ the body cannot get enough oxygen। ਸਰੀਰ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਨਹੀਂ ਪ੍ਰਾਪਤ ਕਰ ਸਕਦਾ and begins to die minute by minute। ਅਤੇ ਉਹ ਇੱਕ ਮਿੰਟ ਕਰਕੇ ਮਰਨ ਲੱਗਦਾ ਹੈ। This distance must be covered in less than a day to avoid damage to the body। ਇਹ ਦੂਰੀ ਹਰ ਹਾਲਤ ਵਿੱਚ ਇੱਕ ਦਿਨ ਤੋਂ ਘੱਟ ਸਮੇਂ ਵਿੱਚ ਪੂਰੀ ਕਰਨੀ ਪੈਂਦੀ ਹੈ ਤਾਂ ਕਿ ਸਰੀਰ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। In spite of such dangers, ਇਹੋ ਜਿਹੇ ਖਤਰਿਆਂ ਦੇ ਬਾਵਜੂਦ, in spite of ਹੁੰਦਾ ਦੇ ਬਾਵਜੂਦ, the number of climbers to Mount Everest has been increasing। ਪਰਵਤ ਚੜ੍ਹਨ ਵਾਲਿਆਂ ਦੀ ਗਿਣਤੀ ਵਧੀ ਹੀ ਜਾ ਰਹੀ ਹੈ। It has increased so much। ਇਹ ਸੰਖਿਆ ਹੁਣ ਇੰਨੀ ਵੱਧ ਚੁੱਕੀ ਹੈ that the climbers have to wait ਕਿ ਪਰਵਤ ਚੜ੍ਹਨ ਵਾਲਿਆਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ for hours, ਕਈ ਘੰਟੇ, for their turn, ਆਪਣੀ ਵਾਰੀ ਲਈ, to stand atop the peak, ਚੋਟੀ ਦੇ ਉੱਤੇ ਖੜੇ ਹੋ ਕੇ। This extra time in the death zone also increases the danger। death zone ਵਿੱਚ ਉੱਥੇ ਖੜੇ ਹੋ ਕੇ ਵੇਟ ਕਰਨ ਦਾ ਵਾਧੂ ਸਮਾਂ ਇਹ ਵੀ ਖਤਰੇ ਨੂੰ ਹੋਰ ਵਧਾਉਂਦਾ ਹੈ। but it does not deter the adventurous spirit। ਪਰ ਇਹ ਰੋਮਾਂਚਕ ਭਾਵਨਾ ਨੂੰ ਰੋਕਦਾ ਨਹੀਂ, ਘੱਟ ਨਹੀਂ ਕਰਦਾ। ਹੁਣ ਅਸੀਂ ਕਰਾਂਗੇ ਕੁਝ ਪੋਸਟ ਰੀਡਿੰਗ, ਯਾਨੀ ਲੈਸਨ ਪੜ੍ਹਨ ਤੋਂ ਬਾਅਦ
ਸਾਨੂੰ ਇਹ 'ਚੋਂ ਹੋਰ ਕੀ ਸਿੱਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਵੋਕੈਬਲਰੀ ਐਕਸਪੈਂਸ਼ਨ, ਆਪਣੀ ਸ਼ਬਦਾਵਲੀ 'ਚ ਵਾਧਾ। ਐਕਟੀਵਿਟੀ 2, ਮੇਕ ਮੀਨਿੰਗਫੁਲ ਸੈਂਟੈਂਸਸ ਆਫ ਦਾ ਵਰਡਸ ਗਿਵਨ ਬਿਲੋ। ਇਹਨਾਂ ਦੇ ਹੁਣ ਆਪਾਂ ਸੈਂਟੈਂਸ ਬਣਾਉਣੇ ਨੇ ਜੋ ਵਰਡਿੰਗ ਅਸੀਂ ਉੱਪਰੋਂ ਸਿੱਖੀ ਹੈ। ਸੀ ਲੈਵਲ, ਓਕੇ, ਸਮੁੰਦਰ ਦਾ ਸਤਰ। ਸੋ ਇਹਦਾ ਸਿੰਪਲ ਕੀ ਬਣਾਓਗੇ? ਵੀ ਆਰ ਐਟ 4000 feet above the sea level। Second, achievement, ਪ੍ਰਾਪਤੀ। This is a big achievement, ਇਹ ਇੱਕ ਵੱਡੀ ਪ੍ਰਾਪਤੀ ਹੈ। Mountaineer, I want to be a mountaineer। Summit, many mountaineers want to summit Mount Everest। Fifth, expedition, he was a part of the third Indian expedition। Felicitated, I was felicitated by my principal। Dedicated, Ram is a dedicated worker। राम एक समर्पित काम करने वाला है। 8th, acclimatization, I am unable for acclimatization। 9th, starved, the dog had been starved। 10th, adventurous, it was an adventurous trek। Okay, activity 3rd, read and answer the following questions। ਹੇਠਾਂ ਲਿਖੇ questions ਦੇ ਆਪਾਂ ਆਨਸਰ ਦੇਣੇ ਹਨ। Who was the first Indian to climb Everest? एवरेस्ट से चढ़ने वाले पहले इंडियन कौन सन? कैप्टन अवतार सिंह चीमा was the first Indian to climb Everest। Who led the 1965 Indian expedition to Mount Everest? MS Kohli led the 1965 Indian expedition to Mount Everest। When did the first Indian reach the peak? The first Indian reached the peak on May 20, 1965। Fourth, which awards did Captain Chima receive? Captain Chima ਨੂੰ ਕਿਹੜਾ award ਮਿਲਿਆ? Captain Chima received Arjun Award, Padma Shri and Padma Bhushan। What is the oxygen starved area of the mountains called? Oxygen starved area of the mountains is called death zone। Activity 4th, choose the most appropriate option from the given four। appropriate ਹੁੰਦਾ ਟੁਕਵੀਂ, option यानी choice। ਚਾਰ ਨੀਚੇ options ਦਿੱਤੀਆਂ ਹੋਈਆਂ, ਇਹਨਾਂ ਵਿੱਚੋਂ ਜੋ ਵੀ appropriate ਹੈ ਟੁਕਵੀਂ ਹੈ ਉਹ ਆਪਾਂ ਇਹਨਾਂ 'ਚ ਭਰਨੀ ਹੈ। First, the highest point of the planet is Mount Everest। Second, the height of Mount Everest above sea level is 29,028 feet। Third, the first people to stand on top of Mount Everest were, ਇਹਦਾ ਜਵਾਬ ਕੀ ਆਏਗਾ? D, both B and C। बीच कौन सी? Sir Edmund Hillary ਤੇ C, Tenzing Norgay। सो जवाब ਇਹਦਾ आएगा D। Fourth, the first Indian to summit Mount Everest was Colonel Avatar Singh Cheema। Fifth, Colonel Avatar Singh Cheema was the dash person in the world to scale the peak। 16th, 6th, both Cheema and Kohli were felicitated by the Indian government with Arjun Award। 7th, a postage stamp was dedicated to the success of the 1965 Everest expedition। The route between 26,000 to 29,020 feet is called the death zone। Okay ji, next your teacher will speak some words from the passage। Listen carefully and find the words in the grid below and encircle them। The first one has been done for you। ਤੁਹਾਡੇ ਟੀਚਰ ਪੜਾਏਗੇ ਪਾਠ ਵਿੱਚੋਂ ਕੁਝ ਸ਼ਬਦ ਬੋਲਣਗੇ, ਧਿਆਨ ਨਾਲ ਸੁਣਨਾ ਹੈ ਅਤੇ ਨੀਚੇ ਜੋ ਗ੍ਰਿਡ ਹੈ ਉਹਦੇ ਵਿੱਚ ਉਸ ਵਰਡ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਲੱਭ ਲਿਆ ਤੇ ਉਹਨੂੰ ਕੀ ਕਰ ਦੇਣਾ? ਐਨਸਰਕਲ। ਤੇ ਇੱਕ ਐਨਸਰਕਲ ਕੀਤਾ ਹੋਇਆ ਉਹ ਕਿਹੜਾ? ਅਚੀਵਮੈਂਟ। ਚਲੋ ਇਸ ਤੋਂ ਬਾਅਦ ਮੈਂ ਹੁਣ 5 ਵਰਡਸ ਬੋਲਦਾ ਜਿਹੜੇ ਤੁਸੀਂ ਲੱਭ ਕੇ ਮੈਨੂੰ ਦੱਸਣੇ ਹਨ ਕਮੈਂਟ ਬਾਕਸ ਵਿੱਚ ਕਿ ਤੁਸੀਂ ਲੱਭ ਲਏ ਹਨ ਕਿ ਨਹੀਂ। ਫਸਟ, adventurous, felicitated, acclimatization, expedition, deter, ਹੋਰ ਵੀ ਕਈ ਹਨ, feat, summit, route। Okay, activity 7, let us practice some tongue twisters। so ਆਪਾਂ tongue twister ਦੀ practice ਕਰਦੇ ਹਾਂ। your teacher will say a word or a phrase or a sentence, you will repeat after your teacher।
ਚਲੋ ਜੀ ਹੁਣ ਟੰਗ ਟਵਿਸਟਰ ਕਰਦੇ ਆ, ਦੇਖਦੇ ਆ ਤੁਸੀਂ ਬੋਲ ਸਕਦੇ ਹੋ ਕਿ ਨਹੀਂ। ਪਹਿਲਾਂ ਬੋਲੋ ਸੀ ਸ਼ੋਰ, ਬਾय द सी ਸ਼ੋਰ, ਸੀ ਸ਼ੈਲਸ ਬਾय द सी ਸ਼ੋਰ, ਸ਼ੀ ਸੈਲਸ ਸੀ ਸ਼ੈਲਸ ਬਾय द सी ਸ਼ੋਰ। ਓਕੇ, ਇਹਦੀ ਪੰਜਾਬੀ ਦੇਖ ਲਓ, ਬੜਾ ਇੰਟਰਸਟਿੰਗ ਹੈ। ਸ਼ੀ ਸੈਲਸ ਉਹ ਵੇਚਦੀ ਹੈ, ਸੀ ਸ਼ੈਲਸ ਯਾਨੀ ਸਮੁੰਦਰ ਵਿੱਚੋਂ ਮਿਲਣ ਵਾਲੇ ਸ਼ੈਲ। ਓਕੇ, ਕਿੱਥੇ ਵੇਚਦੀ ਹੈ? ਬਾय द सी ਸ਼ੋਰ, ਸਮੁੰਦਰ ਦੇ ਕੰਢੇ। ਸੋ ਕੀ ਹੋਏਗਾ ਟੰਗ ਟਵਿਸਟਰ? ਸ਼ੀ ਸੈਲਸ ਸੀ ਸ਼ੈਲਸ ਬਾय द सी ਸ਼ੋਰ, ਸ਼ੀ ਸੈਲਸ ਸੀ ਸ਼ੈਲਸ ਬਾय द सी ਸ਼ੋਰ, ਸ਼ੀ ਸੈਲਸ ਸੀ ਸ਼ੈਲਸ ਬਾय द सी ਸ਼ੋਰ। ਮੇਰੇ ਲਈ ਵੀ ਔਖਾ ਹੈ। ਓਕੇ, ਨਾਓ ਪ੍ਰੈਕਟਿਸ ਦ ਫੋਲੋਇੰਗ ਟੰਗ ਟਵਿਸਟਰ ਵਿਦ ਯੋਰ ਟੀਚਰ। ਹੁਣ 5 ਟੰਗ ਟਵਿਸਟਰ ਹੋਰ ਨੇ, ਆ ਜਾਓ ਅਸੀਂ ਦੋਨੋਂ ਇਕੱਠੇ ਪ੍ਰੈਕਟਿਸ ਕਰਦੇ ਹਾਂ। फर्स्ट, रेड लेदर येलो लेदर, रेड लेदर येलो लेदर, रेड लेदर येलो लेदर। सेकंड, kitty caught the kitten in the kitchen, kitty caught the kitten in the kitchen, kitty caught the kitten in the kitchen। Third, not these things here but those things there, not these things here but those things there, not these things here but those things there। Fourth, I can think of 6 thin things but I can think of 6 thick things too। My God, I can think of 6 thin things but I can think of 6 thick things। दोबारा, I can think of 6 thin things but I can think of 6 thick things too। Wow, I can think of 6 thin things but I can think of 6 thick things too। Okay, practice करी जाइयो, मैं भी करता। Fifth, the big bug bit the little beetle but the little beetle bit the big bug back। The big bug bit the little beetle but the little beetle bit the big bug back। Next, learning to use language। Look at the following information as in January 2020 about विराट कोहली। So ये विराट कोहली जो कि क्रिकेटर है, ਉਸ ਦਾ ਪਰਫਾਰਮੈਂਸ ਚਾਰਟ ਹੈ। ਠੀਕ, ਇਹਨੂੰ ਅਸੀਂ ਧਿਆਨ ਨਾਲ ਦੇਖੀਏ ਤੇ ਇਸ ਦੇ ਜਵਾਬ ਆਪਾਂ ਐਕਟੀਵਿਟੀ 9 ਚ ਦੇਣੇ ਹਨ। ਠੀਕ, ਸੋ ਆਓ ਕੁਐਸਚਨ ਦੇਖੀਏ ਤੇ ਉਹਦੇ ਜਵਾਬ ਆਪਾਂ ਐਕਟੀਵਿਟੀ 8 ਚੋਂ ਲੱਭਦੇ ਹਾਂ। First, what is the highest score of Virat Kohli in first class cricket? So किन्ने स्कोर है? 254। Second, what is his batting average in one day international? One day international ਵਿੱਚ ਉਹਦੀ batting average ਕੀ ਹੈ? 59.85। Third, how many sixes has Virat Kohli hit in test cricket till now? 22। Fourth, how many runs has he made in one day internationals? 11,792। How many centuries has he hit in 2020 internationals? 0। Activity 10, write 6 to 8 sentences on Virat Kohli's performance in test cricket। Use the information in the chart given above to write the paragraph। Begin your paragraph with। ਹੁਣ ਆਪਾਂ ਨੀਚੇ ਪੈਰਾਗ੍ਰਾਫ ਵਿੱਚ ਵਿਰਾਟ ਕੋਹਲੀ ਦੀ ਟੈਸਟ ਕ੍ਰਿਕਟ ਵਿੱਚ ਪਰਫਾਰਮੈਂਸ ਬਾਰੇ ਲਿਖਣਾ ਹੈ। ਤੁਸੀਂ ਇਹ ਪੈਰਾਗ੍ਰਾਫ ਇਸ ਤਰ੍ਹਾਂ ਸ਼ੁਰੂ ਕਰ ਸਕਦੇ ਹੋ। ਵਿਰਾਟ ਕੋਹਲੀ ਇਜ਼ ਵਨ ਆਫ ਦਾ ਗ੍ਰੇਟੈਸਟ ਬੈਟਸਮੈਨ ਟੁਡੇ। ਵਿਰਾਟ ਕੋਹਲੀ ਅੱਜ ਦੇ ਦਿਨ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਹੈ। ਹੀ ਇਜ਼ ਦਾ ਕੈਪਟਨ ਆਫ ਟੀਮ ਇੰਡੀਆ। ਉਹ ਟੀਮ ਇੰਡੀਆ ਦਾ ਕੈਪਟਨ ਹੈ। ਹੀ ਹੈਜ਼ ਪਲੇਡ। ਉਹ ਖੇਡ ਚੁੱਕਾ ਹੈ। ਹੁਣ ਦੇਖਦੇ ਹਾਂ ਕਿੰਨੇ ਖੇਡ ਚੁੱਕਾ ਹੈ। ਹੀ ਹੈਜ਼ ਪਲੇਡ 84 ਮੈਚੇਸ, 141 innings and made 7,202 runs from 12,457 balls। 254 versus South Africa is his highest। His average in test cricket is 54.97। His strike rate is 57.81। He has gone not out 10 times। He hit 805 fours, 22 sixes and he made 22 50s and 27 hundreds। ਸੋ ਅਖੀਰ ਤੇ ਆਪਾਂ ਜਿਹੜੇ ਨਵੇਂ ਲਫ਼ਜ਼ ਸਿੱਖੇ ਉਹਨਾਂ ਨੂੰ ਬੋਲਦੇ ਹਾਂ ਤੇ ਉਹਨਾਂ ਦੇ ਮੀਨਿੰਗ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਕਲਾਮੇਟਾਈਜੇਸ਼ਨ ਯਾਨੀ ਅਭਿਆਸ ਕਰਨਾ, ਅਨੁਕੂਲ ਹੋਣ ਦਾ, ਕਿਸੇ परिस्थिति ਦੇ ਅਨੁਕੂਲ ਹੋਣ ਦਾ ਅਭਿਆਸ, ਅਕਲਾਮੇਟਾਈਜੇਸ਼ਨ। ਅਟੋਪ यानी चोटी दे ऊपर। डिटर रोकना, ऑक्सीजन ऑक्सीजन। स्टार्व्ड भुखे मरना। एडवेंचरस रोमांचक। ट्रैक यात्रा। क्लाइंबर चढ़न वाला। स्केल चोटी ते चढ़ना। समिट
ਚੋਟੀ ਤੇ ਚੜਨਾ। ਸੋ ਇਹ ਸੀ ਸਾਡਾ ਲੈਸਨ ਮਾਊਂਟੇਨੀਅਰਸ। ਹੋਪ ਯੂ ਮਸਟ ਲਾਈਕ ਦ ਡਿਟੇਲਡ ਸਟੱਡੀ ਆਫ ਦਿਸ ਲੈਸਨ। So thank you very much for being with me in this adventurous trek of summit the peak of English language step by step. So see you in the next video. Till then, goodbye.